ਲੋ ਜੀ, ਅੱਜ ਫਿਰ ਵਾਕ ਦੇ ਦੌਰਾਨ ਤੁਹਾਨੂੰ ਇੱਕ ਤਾਰੀਖੀ ਜਗ੍ਹਾ ਦਾ ਵਿਜ਼ਿਟ ਕਰਾਣੇ ਆ, ਜਿਹੜੀ ਕਿ ਗਵਰਨਮੈਂਟ ਫਰੀਦੀਆ ਗ੍ਰੈਜੂਏਟ ਕਾਲਜ ਪਾਕਪਤਨ ਦੇ ਵਿੱਚ ਹੈ। ਇਹ ਉਹ ਤਲਾਬ ਹੈ, ਤਲਾਬ ਨਹੀਂ ਬਲਕਿ ਇਹਨੂੰ ਕਿਹਾ ਜਾਂਦਾ ਕਿ ਹਿੰਦੂਆਂ ਦਾ ਇਸ਼ਨਾਨ ਘਾਟ ਸੀ। ਬੜੀ ਹੀ ਤਾਰੀਖੀ ਜਗ੍ਹਾ ਹੈ। ਉਮਰ ਸਾਹਿਬ ਮੇਰੇ ਨਾਲ ਨੇ ਤੇ ਕਿਉਂ ਜੀ ਉਮਰ ਸਾਹਿਬ, ਬਿਲਕੁਲ ਕੀ ਖਿਆਲ ਹੈ? ਅੱਛਾ, ਇਹ ਜਿਹੜੀ ਇਸ ਗੱਲ ਤੋਂ ਮੈਂ ਸ਼ੁਰੂ ਕਰਾਂਗਾ ਵੀ ਤਾਰੀਖ ਇਹਦੀ ਕਿੰਨੀ ਪੁਰਾਣੀ ਹੋ ਸਕਦੀ ਹੈ ਕਿ ਇਹਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਜਿਹੜਾ ਸ਼ਕੁੰਤਲਾ ਨਾਵਲ ਹੈ ਉਹ ਕਾਲੀਦਾਸ ਨੇ ਇਹਦੀਆਂ ਇਹ ਸੀੜੀਆਂ ਦੇ ਉੱਤੇ ਬਹਿ ਕੇ ਲਿਖਿਆ ਸੀ। ਇਹ ਤੁਸੀਂ ਦੇਖ ਰਹੇ ਹੋ, ਇਸ ਇਸ਼ਨਾਨ ਘਾਟ ਦੇ ਚਾਰੋਂ ਤਰਫ ਇਹ ਉਹ ਸੀੜੀਆਂ ਨਜ਼ਰ ਆ ਰਹੀਆਂ ਨੇ ਪੁਰਾਣੀਆਂ, ਤੇ ਤਾਰੀਖੀ ਤੁਹਾਨੂੰ ਇੱਟਾਂ ਵੀ ਨਜ਼ਰ ਆ ਰਹੀਆਂ ਹੋਣਗੀਆਂ। ਲੋ ਜੀ ਉਮਰ ਸਾਹਿਬ, ਨਾਲ ਅਸੀਂ ਵਾਕ ਤੇ ਫਿਰ ਇਸ ਤੋਂ ਬਾਅਦ ਕ੍ਰਿਕਟ ਕਾਊਂਟੀ ਵੀ ਖੇਡਾਂਗੇ। ਗੱਲਾਂ ਤੇ ਬਹੁਤ ਕਿਸਮ ਦੀਆਂ ਮਸ਼ਹੂਰ ਨੇ, ਲੇਕਿਨ ਇਸ ਗੱਲ ਤੋਂ ਇਨਕਾਰ ਕੋਈ ਨਹੀਂ ਕਿ ਇਹ ਬੜਾ ਤਰੀਕੀ ਦਾ ਤਲਾਬ ਹੈ। ਤੇ ਇਹ ਜਨਾਬ ਅਸੀਂ ਰਾਣਾ ਤਾਰਕ ਸਾਹਿਬ ਦੀ ਕਾਬਸ਼ਾਹ ਨੂੰ ਸਲਾਮ ਕਰਾਂਗੇ ਕਿ ਉਹਨਾਂ ਨੇ ਥੋੜ੍ਹਾ ਜਿਹਾ ਇਹਨੂੰ ਪ੍ਰੀਜ਼ਰਵ ਕਰ ਲਿਆ। ਤੇ ਇਹ ਤੁਸੀਂ ਜੋ ਤੁਹਾਨੂੰ ਥੋੜ੍ਹੀ ਜਿਹੀ ਸ਼ਕਲ ਨਜ਼ਰ ਆ ਰਹੀ ਹੈ ਨਾ ਕਿ ਪੁਰਾਣੇ ਤਲਾਬ ਦੀ ਨਿਸ਼ਾਨਾ ਨਜ਼ਰ ਆ ਰਹੇ ਨੇ, ਉਹਨਾਂ ਦੀ ਵਜ੍ਹਾ ਤੋਂ ਆਪਾਂ ਨਜ਼ਰ ਆ ਰਹੇ। ਤੇ ਅਗਰ ਹਲੇ ਵੀ ਇਹਨੂੰ ਥੋੜਾ ਜਿਹਾ ਮੇਨਟੇਨ ਕੀਤਾ ਜਾਵੇ ਤਾਂ ਬੜਾ ਖੂਬਸੂਰਤ ਇਹ ਲੋਕੇਸ਼ਨ ਬਣਦੀ ਹੈ। ਮੇਰੇ ਹਿਸਾਬ ਨਾਲ ਤੇ ਤਾਰੀਖੀ ਜਿੰਨੀਆਂ ਵੀ ਜਗ੍ਹਾ ਨੇ ਉਹਨਾਂ ਨੂੰ ਬਗੈਰ ਕਿਸੇ ਤਫਰੀਕ, ਠੀਕ ਹੈ ਨਾ, ਕਰਨਾ ਚਾਹੀਦਾ ਵੀ ਉਹ ਚਾਹੇ ਮੁਸਲਮਾਨਾਂ ਦੀਆਂ ਨੇ, ਹਿੰਦੂਆਂ ਦੀਆਂ ਨੇ, ਜਾਂ ਉਹਨਾਂ ਦਾ ਕਿਸੇ ਮਸੀਹੀ ਬਰਾਦਰੀ ਨਾਲ ਤੱਲਕ ਕੇ ਆਪਾਂ ਨੂੰ ਕਰਨੀਆਂ ਚਾਹੀਦੀਆਂ। ਬਿਲਕੁਲ ਜੀ, ਇਹ ਥੋੜ੍ਹਾ ਬਹੁਤਾ ਇਹਨੂੰ ਪ੍ਰੀਜ਼ਰਵ ਕੀਤਾ ਗਿਆ, ਉਸ ਕਰਕੇ ਇਹਦੀਆਂ ਬਾਕੀਆਤ ਹਲੇ ਵੀ ਸਾਨੂੰ ਨਜ਼ਰ ਆਉਂਦੀਆਂ ਨੇ। ਇਹ ਬਸ ਥੋੜ੍ਹੀ ਜਿਹੀ ਸਫਾਈ ਸੁਥਰਾਈ ਹੋਣ ਵਾਲੀ ਹੈ ਕਿਉਂਕਿ ਕਾਂਟ ਛਾਂਟ ਜ਼ਰਾ ਦਰਖਤਾਂ ਦੀ ਕੀਤੀ ਗਈ ਹੈ, ਉਸ ਵਜ੍ਹਾ ਤੋਂ ਤੁਹਾਨੂੰ ਪੱਤੇ ਕਾਫੀ ਸਾਰੇ ਖੁਸ਼ਕ ਨਜ਼ਰ ਆ ਰਹੇ ਹੋਣੇ ਆ। ਉਹ ਪਰਲੇ ਪਾਸੇ ਸਾਡੇ ਇੱਕ ਦੋਸਤ ਵੀ ਬੈਠੇ ਹੋਏ ਨੇ ਪਰਾਂ ਨੂੰ ਮੂੰਹ ਕਰਕੇ, ਤੇ ਨਾਮ ਨਹੀਂ ਮੈਂ ਦੱਸਾਂਗਾ, ਉਹਨਾਂ ਨੂੰ ਪਰਾਂ ਹੀ ਬੈਠੇ ਰਹਿਣ ਦਿਓ। ਲੇਕਿਨ ਉਮਰ ਸਾਹਿਬ ਇਹ ਦੱਸੋ ਜ਼ਰਾ, ਇਹ ਜਿਹੜਾ ਫਰੀਦੀਆ ਕਾਲਜ ਹੈ, ਕਿਉਂਕਿ ਆਪਣਾ ਜਿਹੜਾ ਕਹਿ ਲਓ ਕਿ ਬਚਪਨ ਵੀ ਇਹਦੇ ਆਸੇ ਪਾਸੇ ਗੁਜ਼ਰਿਆ ਹੈ, ਤੇ ਇਹ ਬੜਾ ਤਾਰੀਖੀ ਰਿਹਾ। ਤੇ ਇੱਥੇ ਇੱਕ ਬਹੁਤ ਬੜਾ ਮੰਦਿਰ ਵੀ ਹੁੰਦਾ ਸੀ, ਤੇ ਜਿਹਦੇ ਬਾਰੇ 'ਚ ਕੰਟਰੋਵਰਸ਼ੀਅਲ ਜੀ ਗੱਲ ਹੀ ਹੈਗੀ ਹੈ ਕਿ ਕਹਿੰਦੇ ਕਿ ਆਲਮੀ ਅਦਾਲਤ 'ਚ ਹੁੰਦਾ ਕੋਈ ਕੇਸ ਕੂਸ ਵੀ ਚੱਲ ਰਿਹਾ। ਐਵੇਂ ਸੁਣੀ ਸੁਣਾਈ ਜੀ ਇੱਕ ਗੱਲ ਹੈਗੀ ਹੈ। ਨਹੀਂ, ਇਹ ਵੈਸੇ ਜਿਹੜੇ ਬੰਦੇ ਨੇ ਗੱਲ ਕੀਤੀ ਸੀ ਬੜਾ ਅਥੈਂਟਿਕ ਸੀ, ਤੇ ਲੱਗਦਾ ਹੈ ਵੀ ਕਿ ਉਹ ਗੱਲ ਉਹਨਾਂ ਦੀ ਨਾ ਕਿਸੇ ਹੱਦ ਤੱਕ ਦਰੁਸਤ ਹੈ। ਔਰ ਇਹ ਤੁਹਾਨੂੰ ਪਤਾ ਹੀ ਹੈ ਕਿ ਇਹ ਬਿਲਡਿੰਗ ਜਿਹੜੀ ਸੀ ਮੇਰੇ ਹਿਸਾਬ ਨਾਲ ਤਾਂ ਬੜੀ ਖੂਬਸੂਰਤ ਬਿਲਡਿੰਗ ਸੀ। ਔਰ ਅਗਰ ਉਹਨੂੰ ਥੋੜ੍ਹਾ ਜਿਹਾ ਮੇਨਟੇਨ ਕੀਤਾ ਜਾਂਦਾ ਤਾਂ ਜਿਵੇਂ GC ਕਾਲਜ ਲਾਹੌਰ ਜਾਂ ਦੀਗਰ ਆਪਣੇ ਕਾਲਜਿਸ ਹੈ ਨੇ ਕਾਫੀ, ਉਹਨਾਂ ਨੇ ਉਹਨੂੰ ਬੜਾ ਮੇਨਟੇਨ ਕੀਤਾ ਹੈ। ਅਗਰ ਉਹਨੂੰ ਉਸੇ ਹਾਲਤ 'ਚ ਰੱਖਿਆ ਜਾਂਦਾ ਤੇ ਇੱਥੇ ਇਹੀ ਤਲੀਮੀ ਬਾਲਾਂ ਦਾ ਸਫ਼ਰ ਜਾਰੀ ਰਹਿੰਦਾ ਤੇ ਬੜੀ ਖੂਬਸੂਰਤ ਬਿਲਡਿੰਗ ਹੋਣੀ ਸੀ। ਬਿਲਕੁਲ, ਇਹ ਦੇਖੋ ਨਾ, GC ਹੈ, ਪੰਜਾਬ ਯੂਨੀਵਰਸਿਟੀ ਦਾ ਓਲਡ ਕੈਂਪਸ ਹੈ, ਜਾਂ ਇਸੇ ਤਰ੍ਹਾਂ ਦੇ ਜਿਹੜੇ ਦੀਗਰ ਜਿੱਥੇ ਅਦਾਰੇ ਬਣ ਚੁੱਕੇ ਨੇ ਉਹਨਾਂ ਨੂੰ ਪ੍ਰੀਜ਼ਰਵ ਕਰ ਲਿਆ, ਆਪਣੇ ਸਮਾਜ ਲਿਆਂਦਾ। ਲੇਕਿਨ ਇੱਥੇ ਜਿਹੜਾ ਸਾਡੇ ਨਾਲ ਜਿਹੜੀ ਘਟਨਾ ਹੋਈ ਹੈ ਨਾ, ਉਹ ਇਹ ਹੋਈ ਹੈ ਕਿ ਇਹ ਬੜਾ ਹੀ ਤਾਰੀਖੀ ਇੱਕ ਹੈ ਸੀ। ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਮਸਜਿਦ ਹੈ, ਇਹ ਵੀ ਕਾਫੀ ਪੁਰਾਣੀ ਹੈ, ਤੇ ਇਹਦੇ ਨਾਲ ਹੁਣ ਨਵੀਂ ਬਿਲਡਿੰਗ ਬਣ ਚੁੱਕੀ ਹੈ, ਸਾਹਮਣੇ ਹੋਸਟਲ ਦੀ ਬਿਲਡਿੰਗ ਹੈ। ਤੇ ਇਹਦੇ ਬਿਲਕੁਲ ਬੈਕ ਸਾਈਡ 'ਤੇ ਮਸਜਿਦ ਹੈ। ਅਗਰ ਦੇਖੋ, ਜਦੋਂ ਮਸਜਿਦ ਉਦੋਂ ਮੌਜੂਦ ਨਹੀਂ ਸੀ, ਲੇਕਿਨ ਬਹੁਤ ਬੜਾ ਇੱਕ ਮੰਦਿਰ ਸੀ, ਔਰ ਉਹਦਾ ਹੀ ਇਹ ਹਿੱਸਾ ਸੀ ਇਹ ਇਸ਼ਨਾਨ ਘਾਟ, ਜਿਹਦੇ ਵਿੱਚ ਅਸੀਂ ਟੁਰ ਫਿਰ ਰਹੇ ਹਾਂ। ਤੁਸੀਂ ਵੇਖ ਰਹੇ ਹੋ ਇਹਦੀਆਂ ਦੀਵਾਰਾਂ ਵੀ ਸਾਈਡਾਂ ਤੋਂ ਸਾਨੂੰ ਨਜ਼ਰ ਆ ਰਹੀਆਂ ਨੇ, ਤੇ ਇਹ ਇਸ ਤੋਂ ਵੀ ਜ਼ਿਆਦਾ ਇਹਦੀ ਬੜੀ ਡੈਪਥ ਹੈ ਸੀ। ਫਿਰ ਇਹਨੂੰ ਵਕਤਨ ਫਵਕਤਨ ਇਹਦੇ ਅੰਦਰ ਮਿੱਟੀ ਭਰੀ ਗਈ, ਭਰਤੀ ਪਾਈ ਗਈ, ਉਸ ਵਜ੍ਹਾ ਤੋਂ ਜਿਹੜਾ ਨਾ ਇਹ ਹੁਣ ਉਹ ਸ਼ਕਲ ਹਲੇ ਨਹੀਂ ਆਉਂਦੀ ਹੈਗੀ। ਲੇਕਿਨ ਇਹ ਤੁਸੀਂ ਦੇਖ ਸਕਦੇ ਹੋ ਕਾਫੀ ਗਹਿਰਾ ਸੀ, ਤੇ ਇਹ ਸਿਰਫ ਇਹ ਰਿਕਵਰ ਹੋ ਸਕੀਆਂ ਨੇ 3 ਕੁ ਸੀੜੀਆਂ ਸਿਰਫ। 3 ਇਸ ਤੋਂ ਥੱਲੇ ਵੀ ਹੈ ਸਨ, ਲੇਕਿਨ ਜਿਹੜਾ ਨਾ ਕੋਈ ਪਿਛਲੇ 2-3 ਦਹਾਈਆਂ ਪਹਿਲੇ ਇਹਦੇ 'ਚ ਭਰਤੀ ਕੀਤੀ ਗਈ ਤਾਂ ਕਿ ਇਹਨੂੰ ਯੂਜ਼ੇਬਲ ਬਣਾਇਆ ਜਾਵੇ ਜ਼ਿਆਦਾ ਬਿਹਤਰ ਅੰਦਾਜ਼ ਨਾਲ। ਇਸ ਕਰਕੇ ਇਹ ਤੁਸੀਂ ਦੇਖ ਰਹੇ ਹੋ ਜਿਹੜਾ ਬਾਸਕਟਬਾਲ ਦਾ ਕੋਰਟ ਵੀ ਇੱਥੇ ਬਣ ਗਿਆ। ਤੇ ਇਹ ਥੋੜ੍ਹਾ ਜਿਹਾ ਤੁਸੀਂ ਜਿਹੜਾ ਨਾ ਪੱਤਿਆਂ ਪੁੱਤਿਆਂ ਨੂੰ ਪਿੱਛੇ ਕਰਕੇ ਇਹਦੀ ਤਾਰੀਖੀ ਅਹਿਮੀਅਤ ਨੂੰ ਜ਼ਿਹਨ 'ਚ ਜ਼ਰੂਰ ਰੱਖਣਾ। ਤੇ ਅਗਰ ਉਮਰ ਸਾਹਿਬ ਇਸ ਤਰ੍ਹਾਂ ਦੇ ਜਿਤਨੀਆਂ ਵੀ ਪਲੇਸਿਸ ਨੇ, ਅਗਰ ਉਹਨਾਂ ਨੂੰ ਪ੍ਰੀਜ਼ਰਵ ਕੀਤਾ ਜਾਂਦਾ ਤਾਂ ਯਕੀਨਨ ਟੂਰਿਜ਼ਮ ਦਾ ਇੱਕ ਬਹੁਤ ਬੜਾ ਖੂਬਸੂਰਤ, ਤੁਸੀਂ ਦੇਖੋ ਨਾ ਕਿ ਸਾਰੇ ਕਹਿੰਦੇ ਨੇ ਜੀ ਵੈਸਟਰਨ ਕਲਚਰ ਨੂੰ ਜਨਾਬ ਇਹ ਜੀ ਤੁਸੀਂ ਅਪਣਾ ਲਿਆ ਜੀ, ਪੈਂਟਾਂ ਸ਼ਰਟਾਂ ਪਾਉਂਦੇ ਹੋ ਜੀ, ਉਹਨਾਂ ਦੇ ਲਿਖੀਆਂ ਹੋਈਆਂ ਕਿਤਾਬਾਂ ਪੜ੍ਹਦੇ ਹੋ, ਤੇ ਕੋਈ ਚੰਗੀਆਂ ਗੱਲਾਂ ਸਾਡੇ 'ਤੇ ਇਤਰਾਜ਼ ਕਰਦੇ ਨੇ। ਫਿਰ ਇਹ ਵੀ ਤਾਂ ਸਿੱਖ ਲਿਆ ਕਰੋ। ਉਹਨਾਂ ਨੇ ਆਪਣੀ ਦੇਖੋ ਪੁਰਾਣੀ ਬਿਲਡਿੰਗਾਂ ਨੂੰ ਬੜਾ ਸੰਭਾਲ ਕੇ ਰੱਖਿਆ। ਇੰਗਲੈਂਡ, ਯੂਰਪ ਤੁਸੀਂ ਜਾਓ ਹਾਂ ਜ਼ਰਾ,
ਕਿੰਨੇ ਕਿੰਨੇ ਸਾਲ ਸਦੀਆਂ ਪੁਰਾਣੀ ਉਹਨਾਂ ਨੂੰ ਹਾਲੇ ਤੱਕ ਮੇਨਟੇਨ ਕਰਕੇ ਰੱਖਿਆ। ਲਾਇਬ੍ਰੇਰੀਆਂ ਉਹਦੇ ਵਿੱਚ ਬਣਾ ਦਿੱਤੀਆਂ, ਉੱਠਣ ਬੈਠਣ ਵਾਸਤੇ ਉਹਨਾਂ ਨੇ ਮਿਊਜ਼ੀਅਮ ਬਣਾ ਦਿੱਤੇ। ਮਤਲਬ ਹਰ ਤਰ੍ਹਾਂ ਦਾ ਉਹਨਾਂ ਨੇ ਨਾ ਜੀ ਬਿਲਡਿੰਗਾਂ ਪੁਰਾਣੀਆਂ ਉਹਨਾਂ ਦੇ ਨਿਸ਼ਾਨਾ ਸੰਭਾਲ ਕੇ ਰੱਖੇ, ਤੇ ਸਾਨੂੰ ਪਤਾ ਨਹੀਂ ਕੀ ਹੋਇਆ। ਬਿਲਕੁਲ ਜੀ ਉਮਰ ਸਾਹਿਬ, ਬੜੀ ਦੁੱਖ ਭਰੀ ਜੀ ਇੱਕ ਗੱਲ ਹੈਗੀ ਹੈ ਕਿ ਅਸੀਂ ਆਪਣੇ ਵਿਰਸੇ ਨੂੰ, ਆਪਣੇ ਤਾਰੀਖੀ ਹਸੀਅਤ ਨੂੰ ਉਸ ਤਰ੍ਹਾਂ ਬਰਕਰਾਰ ਨਹੀਂ ਰੱਖਿਆ, ਔਰ ਯਕੀਨਨ ਮੌਜੂਦ ਹੈ। ਔਰ ਇਹ ਤਾਂ ਅਸੀਂ ਉਹ ਦਿਖਾ ਰਹੇ ਹਾਂ, ਉਹ ਉਸ ਹਿੱਸੇ ਵੱਲ ਅਸੀਂ ਆਏ ਹਾਂ ਕਿ ਜਿਹੜਾ ਚੂੰਕਿ ਸਾਡੀ ਐਕਸੈਸ ਵਿੱਚ ਹੈ, ਜਿੱਥੇ ਅਸੀਂ ਡੇਲੀ ਆ ਕੇ ਇਸ ਬਾਸਕਟਬਾਲ ਗਰਾਊਂਡ 'ਚ ਕਾਊਂਟੀ ਵੀ ਖੇਡ ਲਈਦੀ ਹੈ ਅਤੇ ਕਦੀ ਦਿਲ ਕਰੇ ਤਾਂ ਬਾਸਕਟਬਾਲ ਵੀ ਖੇਡ ਲਈਦੀ ਹੈ। ਲੇਕਿਨ ਇਹਦੇ ਨਾਲ ਨਾਲ ਪਾਕਪਤਨ 'ਚ ਬੇਸ਼ੁਮਾਰ ਤਾਰੀਖੀ ਜ਼ਮੀਨ ਔਰ ਬੇਸ਼ੁਮਾਰ ਤਾਰੀਖੀ ਇਮਾਰਤਾਂ ਮੌਜੂਦ ਨੇ। ਦੇਖੋ ਮਲਕਾਂਸ ਦੇ ਵਿੱਚ ਪਰਨਾਮੀ ਮੰਦਰ, ਹਾਂ ਬਿਲਕੁਲ ਮੌਜੂਦ ਹੈ। ਉਹਦਾ ਵੀ ਦੇਖੋ ਸਿਰਫ ਇੱਕ ਘਰਾਨਾ ਉਹਦੇ 'ਚ ਰਹਿ ਰਿਹਾ, ਉਹਨੂੰ ਜਨਾਬ ਕੀ ਪ੍ਰੀਜ਼ਰਵ ਉਹਨੇ ਕਰਨਾ। ਉਹਦੀ ਕੋਸ਼ਿਸ਼ ਤਾਂ ਇਹ ਹੈ ਵੀ ਕਿ ਇੱਕ ਹੋਰ ਕਮਰੇ ਦੀ ਜਗ੍ਹਾ ਬਣ ਜਾਵੇ, ਤੇ ਉਹ ਜਿਹੜਾ ਹੈਗਾ ਪਤਾ ਲੱਗਦਾ ਜੀ ਕਿ ਫਲਾਣੀ ਦੇ ਬਾਹਰ ਡਿੱਗ ਪਈ, ਫਲਾਣਾ ਹਿੱਸਾ ਡਿੱਗ ਪਿਆ ਉਹਦਾ ਥੱਲੇ। ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਕਿ ਗੌਰਮੈਂਟ ਕੀ ਚਾਹੁੰਦੀ। ਹਾਲਾਂਕਿ ਇੱਥੇ ਧੱਕੀ ਦੇ ਉੱਤੇ ਕਿੰਨੇ ਮੇਰੇ ਹਿਸਾਬ ਨਾਲ ਤਾਰੀਖੀ ਇਮਾਰਤਾਂ ਮੌਜੂਦ ਸੀ। ਉਹ ਫਿਰ ਬਾਬਰੀ ਮਸਜਿਦ ਦੇ ਰੱਦੇ ਅਮਲ ਆਇਆ ਤੇ ਉਦੋਂ ਉਹਨਾਂ ਨੇ ਢਾਹ ਢੂਹ ਦਿੱਤੀਆਂ, ਮਸਮਾਰ ਕਰ ਦਿੱਤੀਆਂ। ਤੇ ਹੁਣ ਉੱਤੇ ਜਾਈਏ ਤਾਂ ਆਪਾਂ ਨੂੰ ਧੱਕੀ ਤੇ ਬਹੁਤ ਮੁਸ਼ਕਲ ਹੈ ਕਿ ਕੋਈ ਸ਼ਾਜ਼ੋ ਨਾਜ਼ਰੀ ਕੋਈ ਆਪਾਂ ਨੂੰ ਐਸੀ ਇਮਾਰਤ ਨਜ਼ਰ ਆਉਂਦੀ ਹੋਵੇ ਜਿਹੜੀ ਸਲਾਮਤ ਹੈ। ਦਰਵਾਜ਼ੇ ਹੈਗੇ ਨੇ, ਦੋਸਤ ਸਾਡੇ ਕਾਫੀ ਨੇ ਉਹ ਜਿਹੜੇ ਦਰਵਾਜ਼ਿਆਂ ਦੀ ਵੀਡੀਓ ਬਣਾ ਕੇ ਉੱਤੇ ਸ਼ੇਅਰ ਕੀਤੀ ਰੱਖਦੇ ਨੇ। ਕੁਝ ਅੱਡੀਆਂ ਦੇ 12 ਬਚ ਗਈਆਂ ਨੇ, ਲੇਕਿਨ ਸਾਰੀਆਂ ਬਿਲਡਿੰਗਾਂ ਢਾਹ ਦਿੱਤੀਆਂ। ਬਿਲਕੁਲ ਜੀ, ਇਹ ਜਿਹੜਾ ਪਾਕਪਤਨ ਪੁਰਾਣਾ ਨਾਮ ਮੌਜੂਦਨ, ਇਹ ਕਿਉਂਕਿ ਦਰਵਾਜ਼ਿਆਂ ਦੇ ਦਰਮਿਆਨ ਹੀ ਘਿਰਿਆ ਹੋਇਆ ਸੀ। ਤੇ ਮੇਰਾ ਖਿਆਲ ਕਿੰਨੇ 8 ਦਰਵਾਜ਼ੇ ਸੀ ਜਾਂ 9 10 11 ਕੋਈ ਇਸ ਤਰ੍ਹਾਂ ਦੇ ਹੈ। ਤੇ ਉਹ ਮੌਜੂਦ ਸਨ। ਜਦੋਂ ਦਰਵਾਜ਼ੇ ਬੰਦ ਹੋ ਜਾਂਦੇ ਸੀ ਤੇ ਸਾਰੇ ਦਾ ਸਾਰਾ ਸ਼ਹਿਰ ਜਿਹੜਾ ਨਾ ਉਹ ਬੰਦ ਹੋ ਜਾਂਦਾ ਸੀ, ਤੇ ਚੋਰੀ ਚੁਕਾਰੀ ਬਾਕੀ ਹਮਲਾ ਉਹਦੇ ਤੋਂ ਵੀ ਮਹਿਫੂਜ਼ ਰਹਿੰਦਾ ਸੀ। ਤੇ ਬੜੇ ਤਾਰੀਖੀ ਨਵਾਦਰਾਤ ਹੀ ਇਹਨਾਂ ਨੂੰ ਕਵਾਂਗੇ, ਕਿਉਂਕਿ ਇਹ ਬਹੁਤ ਬੜੇ ਟੂਰਿਜ਼ਮ ਦਾ ਸਬਬ ਵੀ ਬਣ ਸਕਦਾ ਹੈ ਅਗਰ ਪਾਕਪਤਨ ਤੇ ਹਕਾਮੇ ਬਾਲਾ ਜਿਹੜੇ ਉਹ ਥੋੜ੍ਹੀ ਜਿਹੀ ਤਵੱਜੋ ਦੇਣ। ਤੇ ਨਾ ਸਿਰਫ ਸਾਡੇ ਕੋਲ ਟੱਕੀ ਹੈ, ਬਲਕਿ ਇਹਦੇ ਨਾਲ ਨਾਲ ਹੋਰ ਵੀ ਬੇਸ਼ੁਮਾਰ ਸਿੱਖਾਂ ਦੇ ਜਿਹੜੇ ਗੁਰਦੁਆਰੇ, ਜਿਹੜੇ ਕਿ ਇੱਕ ਟਿੱਬਾ ਨਾਨਕਸਰ 'ਤੇ ਮੌਜੂਦ ਆ, ਅਕਸਰ ਤੁਸੀਂ ਉਹਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ਾਇਦ ਤੁਹਾਨੂੰ ਮਿਲਦੀ ਹੋਵੇ। ਉਹਦੇ ਨਾਲ ਨਾਲ ਹੋਰ ਵੀ ਬੜੇ ਸਾਰੇ ਗੁਰਦੁਆਰੇ ਨੇ, ਉਹਨਾਂ ਨੂੰ ਮੁਕੱਦਸ ਮਕਾਮਾਤ ਜਿਹੜੇ ਕਿ ਉਹਨਾਂ ਦੇ ਮਜ਼ਹਬ ਦੇ ਹਵਾਲੇ ਨਾਲ ਹੈ। ਮੇਰਾ ਖਿਆਲ ਹੈ ਕਿ ਅਗਰ ਉਹਨਾਂ ਨੂੰ ਪ੍ਰੀਜ਼ਰਵ ਕੀਤਾ ਜਾਵੇ ਤਾਂ ਇੱਕ ਬੜਾ ਵੱਡਾ ਸਾਡਾ ਸ਼ਹਿਰ ਜਿਹੜਾ ਨਾ ਪਾਕਪਤਨ, ਉਹ ਟੂਰਿਜ਼ਮ ਦਾ ਇੱਕ ਬੜਾ ਵੱਡਾ ਪਲੇਟਫਾਰਮ ਬਣ ਸਕਦਾ। ਅਤੇ ਉਹਦੇ ਰਾਹੀਂ ਫਿਰ ਜਿਹੜਾ ਨਾ ਇੱਥੇ ਕਾਫੀ ਸਾਰੇ ਲੋਕਾਂ ਨੂੰ ਵੀ ਫਾਇਦਾ ਹੋ ਸਕਦਾ ਹੈ ਫਾਈਨੈਂਸ਼ਲੀ ਹਵਾਲੇ ਨਾਲ, ਕਿ ਅਗਰ ਉਹ ਆਉਂਦੇ ਨੇ, ਹੋਟਲਿੰਗ ਹੋਏਗੀ, ਇੱਥੇ ਖਾਣਾ ਪੀਣਾ ਹੋਏਗਾ, ਇੱਥੋਂ ਦੇ ਰਵਾਇਤੀ ਜਿਹੜੀਆਂ ਉਹ ਖਾਣੇ, ਰਵਾਇਤੀ ਅੰਦਾਜ਼ ਉਹ ਵੇਖਣਗੇ, ਬਾਹਰ ਜਾ ਕੇ ਸਾਡਾ ਇੱਕ ਸੌਫਟ ਇਮੇਜ ਬੁਲੰਦ ਹੋਏਗਾ। ਤੇ ਯਕੀਨਨ ਮੈਂ ਸਮਝਣਾ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੇ ਇਹਨੂੰ ਵੀ ਇਸ ਕੰਡੀਸ਼ਨ 'ਚ ਵੀ ਅਗਰ ਪ੍ਰੀਜ਼ਰਵ ਕੀਤਾ ਜਾਵੇ ਕਿ ਇਹ ਚੂੰਕਿ ਕਾਲਜ ਦਾ ਹੁਣ ਬਕਾਇਦਾ ਹਿੱਸਾ ਹੈ, ਤੇ ਅਗਰ ਇਹਨੂੰ ਵੀ ਪ੍ਰੀਜ਼ਰਵ ਕਰ ਲਿਆ ਜਾਵੇ, ਇਹ ਜੋ ਕੋਈ ਸਾਡੇ ਕੋਲ ਮੌਜੂਦ ਹੈ ਇਹਨੂੰ ਅਗਰ ਅੰਡਰਗਰਾਊਂਡ ਕਰ ਲਿਆ ਜਾਵੇ, ਕਹਿੰਦੇ ਉੱਪਰ ਸਾਰੇ ਦਾ ਸਾਰੇ ਇੱਕ ਛੱਤ ਆ ਜਾਵੇ, ਤੇ ਇੱਕ ਇਹ ਅੰਦਰ ਜਿਹੜਾ ਇੱਕ ਜਿਮਨੇਜ਼ੀਅਮ ਦੀ ਸ਼ਕਲ ਇਖਤਿਆਰ ਕਰ ਰਹੇ, ਕਿਉਂਕਿ ਆਲਰੇਡੀ ਸਾਈਡਾਂ 'ਤੇ ਤਮਾਸ਼ੀਆਂ ਦੇ ਬੈਠਣ ਲਈ, ਲੋਕਾਂ ਦੇ ਵੇਖਣ ਲਈ ਜਿਹੜੇ ਆਉਣਗੇ ਉਹਨਾਂ ਲਈ ਇਹ ਜਗ੍ਹਾ ਮੌਜੂਦ ਹੈ। ਇਹਨੂੰ ਪ੍ਰੀਜ਼ਰਵ ਕੀਤਾ ਜਾਵੇ ਤੇ ਇਹਨੂੰ ਅੰਡਰਗਰਾਊਂਡ ਕਰ ਲਿਆ ਜਾਵੇ, ਤੇ ਕਿਆ ਹੀ ਖੂਬਸੂਰਤ ਇੱਕ ਤਾਰੀਖੀ ਅੰਡਰਕਵਰ ਕਰ ਲਿਆ ਜਾਵੇ, ਤੇ ਇਹ ਖੂਬਸੂਰਤ ਇੱਕ ਤਾਰੀਖੀ ਵੀ ਸਾਡੀ ਜਿਹੜੀ ਆ ਉਹ ਵੀ ਮਹਿਫੂਜ਼ ਹੋ ਜਾਏਗੀ, ਇਮਾਰਤ ਵੀ ਮਹਿਫੂਜ਼ ਹੋ ਜਾਏਗੀ, ਜੋ ਕੁਝ ਬਚ ਚੁੱਕਿਆ ਹਲਕਾ ਫੁਲਕਾ ਇਹ ਵੀ ਮਹਿਫੂਜ਼ ਹੋ ਜਾਏਗਾ। ਤੇ ਫਿਰ ਲੋਕ ਯਕੀਨਨ ਇੱਟਾਂ ਵੇਖਣ ਵਾਸਤੇ ਵੀ ਬੜੀ ਦੂਰੋਂ ਆ ਸਕਦੇ ਨੇ ਅਗਰ ਇਹਨੂੰ ਅੰਡਰ ਕਵਰ ਕੀਤਾ ਜਾਵੇ। ਇੱਥੇ ਨੀਚੇ ਇਹਦੇ ਸਪੋਰਟਸ ਜਿਮਨੇਜ਼ੀਅਮ ਬਣ ਜਾਵੇ, ਸਪੋਰਟਸ ਕੰਪਲੈਕਸ ਬਣ ਜਾਵੇ, ਤੇ ਇਹ ਬੜਾ ਖੂਬਸੂਰਤ ਹੋ ਸਕਦਾ ਹੈ। ਕਾਲਜ ਨੂੰ ਵੀ ਫਾਇਦਾ, ਪਲੇਅਰਸ ਨੂੰ ਵੀ ਫਾਇਦਾ, ਔਰ ਟੂਰਿਜ਼ਮ ਦਾ ਵੀ ਇੱਕ ਅੱਛਾ ਬੜਾਵਾ ਹੋਏਗਾ। ਤੇ ਯਕੀਨਨ ਸਾਡੀ ਤਾਂ ਦਰਖਾਸਤ ਹੈ ਜੀ, ਅਸੀਂ ਤਾਂ ਮਿੰਨਤ ਤਰਲਾ ਕਰਦੇ ਰਹਾਂਗੇ ਹੁਕਾਮੇ ਬਾਲਾ ਨੂੰ ਕਿ ਇਹਦੇ ਵਾਸਤੇ ਕੋਸ਼ਿਸ਼ ਕੀਤੀ ਜਾਵੇ। ਤੇ ਤੁਸੀਂ ਜਿਹੜਾ ਨਾ ਵਾਕ ਐਕਸਰਸਾਈਜ਼ ਜ਼ਰੂਰ ਕਰੋ। ਅਸੀਂ ਹਲਕੀ ਫੁਲਕੀ ਵਾਕ ਕਰਕੇ ਹੁਣ ਜਿਹੜਾ ਨਾ ਕ੍ਰਿਕਟ ਖੇਡਾਂਗੇ, ਕ੍ਰਿਕਟ ਕਾਊਂਟੀ ਖੇਡਾਂਗੇ। ਤੇ ਸ਼ੁਕਰੀਆ ਜਨਾਬ, ਅੱਲਾਹ ਹਾਫਿਜ਼।